ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਹਰਗੋਬਿੰਦ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਜਦ ਮੀਆਂ ਮੀਰ ਜੀ ਨੇ ਬਾਦਸ਼ਾਹ ਨੂੰ ਇਸ ਤਰ੍ਹਾਂ ਸਮਝਾਇਆ ਤਾਂ ਉਸਨੇ ਵਜ਼ੀਰ ਖਾਂ ਨੂੰ ਗਵਾਲੀਅਰ ਤੋਂ ਗੁਰੂ ਜੀ ਨੂੰ ਲਿਆਉਣ ਵਾਸਤੇ ਭੇਜਿਆ। ਪਰ ਜਦ ਗੁਰੂ ਜੀ ਨੇ ਕਿਲੇ ਵਿੱਚੋਂ ਨਿਕਲਣ ਤੋਂ ਨਾ ਕਰ ਦਿੱਤੀ ਅਤੇ ਆਖਿਆ ਕਿ ਜਦ ਤੱਕ ਇਹ 52 ਰਾਜੇ ਜੋ ਕਿਲੇ ਵਿੱਚ ਬਹੁਤ ਸਮੇਂ ਤੋਂ ਕੈਦ ਹਨ ਛੱਡੇ ਨਾ ਜਾਣਗੇ ਤਦ ਤੱਕ ਅਸੀਂ ਵੀ ਅੰਦਰ ਹੀ ਰਵਾਂਗੇ। ਇਹ ਗੱਲ ਵਜ਼ੀਰ ਖਾਂ ਨੇ ਜਦ ਬਾਦਸ਼ਾਹ ਨੂੰ ਜਾ ਕੇ ਦੱਸੀ ਤਾਂ ਜਹਾਂਗੀਰ ਨੇ ਆਖਿਆ, ਜਿਤਨੇ ਰਾਜੇ ਗੁਰੂ ਜੀ ਦਾ ਪੱਲਾ ਫੜ ਕੇ ਨਿਕਲ ਆਉਣਗੇ ਉਹਨਾਂ ਨੂੰ ਛੱਡ ਦਿਓ, ਬਾਕੀ ਅੰਦਰ ਹੀ ਕੈਦ ਰਹਿਣਗੇ। ਜਦ ਵਜ਼ੀਰ ਖਾਂ ਨੇ ਗੁਰੂ ਜੀ ਨੂੰ ਇਹ ਗੱਲ ਆਣ ਕੇ ਦੱਸੀ ਤਾਂ ਆਪ ਜੀ ਨੇ 52 ਕਲੀਆਂ ਵਾਲਾ ਜਾਮਾ ਸਵਾ ਕੇ ਪਹਿਨ ਲਿਆ। ਸਾਰੇ ਰਾਜਿਆਂ ਨੂੰ ਜਾਮੇ ਦਾ ਇੱਕ ਇੱਕ ਪੱਲਾ ਫੜਾ ਕੇ ਆਪਣੇ ਨਾਲ ਬਾਹਰ ਲੈ ਆਏ। ਇਸ ਪਰਉਪਕਾਰ ਦਾ ਸਦਕਾ ਗੁਰੂ ਜੀ ਦਾ ਨਾਮ ਬੰਦੀ ਛੋੜ ਪ੍ਰਸਿੱਧ ਹੋ ਗਿਆ। ਉਸ ਉਪਰੰਤ ਗੁਰੂ ਜੀ ਨੂੰ ਵਜ਼ੀਰ ਖਾਂ ਬੜੇ ਸਤਿਕਾਰ ਨਾਲ ਦਿੱਲੀ ਲੈ ਗਿਆ। ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਯੋਗ ਭੇਟਾ ਦੇ ਕੇ ਸਨਮਾਨ ਕੀਤਾ। ਰਾਜੇ ਜਹਾਂਗੀਰ ਦਾ ਧੰਨਵਾਦ ਕਰਕੇ ਅਤੇ ਆਗਿਆ ਲੈ ਕੇ ਆਪੋ ਆਪਣੇ ਰਾਜਾਂ ਨੂੰ ਚਲੇ ਗਏ। ਇੱਕ ਦਿਨ ਜਹਾਂਗੀਰ ਨੇ ਗੁਰੂ ਜੀ ਦੇ ਹੱਥ ਵਿੱਚ ਕਪੂਰਾ ਅਤੇ ਮੋਤੀਆਂ ਦਾ ਇੱਕ ਸਿਮਰਨਾ ਵੇਖ ਕੇ ਕਿਹਾ ਕਿ ਇਸ ਵਿੱਚੋਂ ਇੱਕ ਮਣਕਾ ਮੈਨੂੰ ਬਖਸ਼ੋ, ਮੈਂ ਆਪਣੀ ਤਸਬੀਹ ਦੇ ਮੇਰੂ ਬਣਾ ਕੇ ਤੁਹਾਡੀ ਨਿਸ਼ਾਨੀ ਵਜੋਂ ਰੱਖਾਂਗਾ। ਗੁਰੂ ਜੀ ਨੇ ਕਿਹਾ, ਪਾਤਸ਼ਾਹ, ਇਸ ਨਾਲੋਂ ਵੀ ਸੁੰਦਰ ਤੇ ਕੀਮਤੀ 108 ਮਣਕਿਆਂ ਦੀ ਮਾਲਾ ਜੋ ਸਾਡੇ ਪਿਤਾ ਜੀ ਪਾਸ ਹੁੰਦੀ ਸੀ, ਉਹ ਚੰਦੂ ਨੇ ਉਸ ਸਮੇਂ ਉਹਨਾਂ ਪਾਸੋਂ ਲੈ ਲਈ ਸੀ ਜਦੋਂ ਉਸਨੇ ਉਹਨਾਂ ਨੂੰ ਆਪਣੀ ਹਵੇਲੀ ਵਿੱਚ ਕੈਦ ਕਰਕੇ ਰੱਖਿਆ ਸੀ। ਉਹ ਮਾਲਾ ਆਪ ਚੰਦੂ ਪਾਸੋਂ ਮੰਗਵਾ ਲਵੋ। ਜਹਾਂਗੀਰ ਨੇ ਉਸੇ ਸਮੇਂ ਆਪਣਾ ਇੱਕ ਆਦਮੀ ਚੰਦੂ ਨੂੰ ਸੱਦਣ ਭੇਜ ਦਿੱਤਾ। ਜਦ ਚੰਦੂ ਹਾਜ਼ਰ ਹੋਇਆ ਤਾਂ ਬਾਦਸ਼ਾਹ ਨੇ ਕਿਹਾ, ਸਾਨੂੰ ਉਹ ਮਾਲਾ ਚਾਹੀਦੀ ਹੈ ਜਿਹੜੀ ਤੁਸਾਂ ਗੁਰੂ ਅਰਜਨ ਦੇਵ ਜੀ ਪਾਸੋਂ ਲਾਹੌਰ ਤੋਂ ਲਈ ਸੀ। ਇਹ ਹੁਕਮ ਸੁਣ ਕੇ ਚੰਦੂ ਨੇ ਕਿਹਾ, ਜਾਪਨਾ, ਮੈਂ ਕੋਈ ਮਾਲਾ ਗੁਰੂ ਜੀ ਪਾਸੋਂ ਨਹੀਂ ਸੀ ਲਈ ਅਤੇ ਨਾ ਹੀ ਮੇਰੇ ਪਾਸ ਕੋਈ ਅਜਿਹੀ ਮਾਲਾ ਹੁਣ ਹੈ। ਫਿਰ ਗੁਰੂ ਜੀ ਦੇ ਕਹਿਣ ਕਰਕੇ ਬਾਦਸ਼ਾਹ ਨੇ ਜਦ ਉਸ ਦੇ ਘਰ ਦੀ ਆਪਣੇ ਆਦਮੀ ਭੇਜ ਕੇ ਤਲਾਸ਼ੀ ਲਈ ਤਾਂ ਮਾਲਾ ਨਿਕਲ ਆਈ। ਚੰਦੂ ਦੇ ਇਸ ਝੂਠ ਦਾ ਸਦਕਾ ਜਹਾਂਗੀਰ ਨੂੰ ਬਹੁਤ ਕਰੋਧ ਆਇਆ ਅਤੇ ਉਸਨੇ ਗੁਰੂ ਜੀ ਨੂੰ ਆਖਿਆ ਕਿ ਇਹ ਤੁਹਾਡਾ ਵੱਡਾ ਗੁਨਾਹ ਹੀ ਹੈ, ਜਿਸ ਨੇ ਤੁਹਾਡੇ ਨਿਰਦੋਸ਼ ਪਿਤਾ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਇਸ ਨੂੰ ਤੁਸੀਂ ਫੜ ਲਵੋ ਅਤੇ ਜਿਵੇਂ ਮਰਜ਼ੀ ਇਸ ਨੂੰ ਇਸ ਦੇ ਗੁਨਾਹਾਂ ਦੀ ਸਜ਼ਾ ਦਿਓ। ਬਾਦਸ਼ਾਹ ਦਾ ਹੁਕਮ ਸੁਣ ਕੇ ਭਾਈ ਜੇਠਾ ਆਦਿ ਸਿੱਖਾਂ ਨੇ ਚੰਦੂ ਨੂੰ ਫੜ ਕੇ ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਆਪਣੇ ਡੇਰੇ ਮਜਨੂ ਟਿੱਲੇ ਲੈ ਆਂਦਾ। ਉਸ ਉਪਰੰਤ ਬਾਦਸ਼ਾਹ ਨੇ ਜਦ ਚੰਦੂ ਦੇ ਪੁੱਤਰ ਅਤੇ ਇਸਤਰੀ ਨੂੰ ਵੀ ਫੜ ਕੇ ਗੁਰੂ ਜੀ ਪਾਸ ਮਜਨੂ ਟਿੱਲੇ ਭੇਜ ਦਿੱਤੇ ਕਿ ਇਹਨਾਂ ਨੂੰ ਵੀ ਚੰਦੂ ਦੇ ਨਾਲ ਹੀ ਮਨ ਭਾਉਂਦੀ ਸਜ਼ਾ ਦਿਓ। ਪਰ ਗੁਰੂ ਜੀ ਨੇ ਕਿਹਾ, ਇਹਨਾਂ ਦਾ ਕੋਈ ਦੋਸ਼ ਨਹੀਂ ਹੈ, ਇਹਨਾਂ ਨੂੰ ਛੱਡ ਦਿਓ। ਸੋ ਉਹ ਦੋਵੇਂ ਮਾਂ ਪੁੱਤ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਘਰ ਨੂੰ ਚਲੇ ਗਏ। ਇਸ ਵਾਰਤਾ ਦੇ ਉਪਰੰਤ ਜਦ ਗੁਰੂ ਜੀ ਨੇ ਅੰਮ੍ਰਿਤਸਰ ਜਾਣ ਦੀ ਆਪਣੀ ਸਲਾਹ ਜਹਾਂਗੀਰ ਨੂੰ ਦੱਸੀ ਤਾਂ ਉਸਨੇ ਕਿਹਾ, ਮੈਂ ਵੀ ਕਸ਼ਮੀਰ ਨੂੰ ਜਾ ਰਿਹਾ ਹਾਂ, ਤੁਸੀਂ ਮੇਰੇ ਨਾਲ ਹੀ ਪੰਜਾਬ ਨੂੰ ਜਾਣਾ। 2-4 ਦਿਨਾਂ ਵਿੱਚ ਜਹਾਂਗੀਰ ਤਿਆਰੀ ਕਰਕੇ ਆਪਣੇ ਅਮਲੇ ਫੈਲੇ ਅਤੇ ਬੇਗਮਾਂ ਦੇ ਪਰਿਵਾਰ ਸਹਿਤ ਦਿੱਲੀ ਤੋਂ ਤੁਰ ਪਿਆ। ਗੁਰੂ ਜੀ ਵੀ ਉਸ ਦੇ ਡੇਰੇ ਤੋਂ ਕੁਝ ਦੂਰ ਪਿੱਛੇ ਪਿੱਛੇ ਆਪਣੇ ਸਿੱਖ ਸੇਵਕਾਂ ਸਹਿਤ ਚੱਲ ਪਏ। ਇਸ ਤਰ੍ਹਾਂ ਚੱਲ ਕੇ ਗੋਇੰਦਵਾਲ ਦੇ ਪੱਤਣ ਤੋਂ ਲੰਘ ਕੇ ਅੰਮ੍ਰਿਤਸਰ ਪਹੁੰਚ ਕੇ ਬਾਦਸ਼ਾਹ ਨੇ ਆਪਣਾ ਡੇਰਾ ਗੁਮਟਾਲੇ ਪਿੰਡ ਪਾਸ ਇੱਕ ਵੱਡੀ ਰੋਡ ਵਿੱਚ ਕਰ ਲਿਆ। ਗੁਰੂ ਜੀ ਆਪਣੇ ਘਰ ਮਹਿਲਾਂ ਵਿੱਚ ਆ ਗਏ। ਗੁਰੂ ਜੀ ਦੇ ਅੰਮ੍ਰਿਤਸਰ ਆਉਣ ਦੀ ਨਗਰ ਵਾਸੀਆਂ ਅਤੇ ਸਿੱਖ ਪਰਿਵਾਰਾਂ ਨੇ ਬਹੁਤ ਖੁਸ਼ੀ ਮਨਾਈ। ਘਰ ਘਰ ਦੀਪਮਾਲਾ ਕੀਤੀ ਗਈ ਅਤੇ ਵਾਜੇ ਵਜਾਏ ਗਏ। ਮਾਤਾ ਗੰਗਾ ਜੀ ਨੇ ਗੁਰੂ ਜੀ ਤੋਂ ਸਰਵਾਰਨਾ ਕਰਕੇ ਗਰੀਬਾਂ ਨੂੰ ਬਹੁਤ ਧਨ ਵੰਡਿਆ। ਦਰਬਾਰ ਸਾਹਿਬ ਹਾਜ਼ਰ ਹੋ ਕੇ ਮਾਤਾ ਜੀ ਨੇ ਗੁਰੂ ਜੀ ਨੂੰ ਮੱਥਾ ਟਿਕਾਇਆ ਅਤੇ ਕੜਾਹ ਪ੍ਰਸ਼ਾਦ ਦੀ ਬਹੁਤ ਦੇਗ ਵਰਤਾਈ।
ਕੁਝ ਦਿਨ ਅੰਮ੍ਰਿਤਸਰ ਡੇਰਾ ਕਰਕੇ ਜਹਾਂਗੀਰ ਲਾਹੌਰ ਨੂੰ ਤੁਰ ਗਿਆ ਅਤੇ ਆਪਣੇ ਦੋ ਅਹਿਲਕਾਰਾਂ ਵਜ਼ੀਰ ਖਾਂ ਅਤੇ ਕਿੰਚਕ ਬੇਗ ਨੂੰ ਕਿਹਾ ਕਿ ਤੁਸੀਂ 2-4 ਦਿਨ ਠਹਿਰ ਕੇ ਗੁਰੂ ਜੀ ਨੂੰ ਆਪਣੇ ਨਾਲ ਹੀ ਲਾਹੌਰ ਲੈ ਆਉਣਾ। ਸੋ ਅੰਮ੍ਰਿਤਸਰ ਕੁਝ ਦਿਨ ਵਿਸ਼ਰਾਮ ਕਰਕੇ ਅਤੇ ਸਿੱਖ ਸੰਗਤਾਂ ਨੂੰ ਨਿਹਾਲ ਕਰਕੇ ਗੁਰੂ ਜੀ ਲਾਹੌਰ ਨੂੰ ਜਾਣ ਵਾਸਤੇ ਤਿਆਰ ਹੋ ਗਏ। ਆਪਣੇ ਨਾਲ ਗੁਰੂ ਜੀ ਨੇ ਕੁਝ ਸਿੱਖ ਯੋਧੇ ਲੈ ਲਏ ਅਤੇ ਚੰਦੂ ਨੂੰ ਵੀ ਕੈਦੀ ਕਰਕੇ ਨਾਲ ਹੀ ਲੈ ਤੁਰੇ। ਰਸਤੇ ਵਿੱਚ ਇੱਕ ਰਾਤ ਡੇਰਾ ਕਰਕੇ ਦੂਸਰੇ ਦਿਨ ਆਪ ਜੀ ਲਾਹੌਰ ਪਹੁੰਚ ਗਏ ਅਤੇ ਮੁਜੰਗ ਪਿੰਡ ਪਾਸ ਡੇਰਾ ਕਰ ਲਿਆ। ਪਿੱਛੋਂ ਸਿੱਖਾਂ ਨੇ ਇਸ ਸਥਾਨ 'ਤੇ ਗੁਰਦੁਆਰਾ ਬਣਾਇਆ ਜੋ ਗੁਰਦੁਆਰਾ 6ਵੀਂ ਪਾਤਸ਼ਾਹੀ ਮੁਜੰਗ ਲਾਹੌਰ ਵਿੱਚ ਵਿਦਮਾਨ ਹੈ। ਗੁਰੂ ਜੀ ਦਾ ਇੱਥੇ ਆਉਣਾ ਸੁਣ ਕੇ ਲਾਹੌਰ ਦੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਕੜਾਹ ਪ੍ਰਸ਼ਾਦ ਅਤੇ ਹੋਰ ਭੇਟਾ ਲੈ ਕੇ ਆਈ। ਇਸ ਸਮੇਂ ਗੁਰਧਰੋਹੀ ਚੰਦੂ ਫੜਿਆ ਹੋਇਆ ਵੇਖ ਕੇ ਸਭ ਨੂੰ ਬੜੀ ਖੁਸ਼ੀ ਹੋਈ। ਉਸ ਉਪਰੰਤ ਸੰਗਤਾਂ ਨੇ ਚੰਦੂ ਨੂੰ ਫੜ ਕੇ ਸਾਰੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਉਸ ਦਾ ਮੂੰਹ ਕਾਲਾ ਕਰਕੇ ਫੇਰਿਆ ਅਤੇ ਸਭ ਤੋਂ ਲਾਹਨਤਾਂ ਪਵਾਈਆਂ। ਅੰਤ ਨੂੰ ਜਦ ਚੰਦੂ ਉਸ ਭੜਪੂੰਜੇ ਦੀ ਭੱਠੀ ਤੋਂ ਲੰਘਣ ਲੱਗਾ ਜਿਸ ਪਾਸੋਂ ਰੇਤ ਗਰਮ ਕਰਾ ਕੇ ਚੰਦੂ ਗੁਰੂ ਜੀ ਦੇ ਸਰੀਰ ਉੱਤੇ ਪਵਾਉਂਦਾ ਸੀ, ਉਸਨੇ ਗੁੱਸੇ ਨਾਲ ਚੰਦੂ ਦੇ ਸਿਰ ਵਿੱਚ ਰੇਤ ਵਾਲਾ ਕੜਛਾ ਮਾਰਿਆ ਅਤੇ ਕਿਹਾ ਕਿ ਪਾਪੀਆ, ਤੂੰ ਮੇਰੇ ਪਾਸੋਂ ਜ਼ੋਰੋਂ ਜ਼ਬਰੀ ਪਾਪ ਕਰਾਉਂਦਾ ਰਿਹਾ, ਹੁਣ ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਸੱਟ ਨਾਲ ਚੰਦੂ ਉੱਥੇ ਹੀ ਆਪਣੇ ਪ੍ਰਾਣ ਤਿਆਗ ਗਿਆ। ਲਾਹੌਰ ਵਿੱਚ ਗੁਰੂ ਜੀ ਦੇ ਰੋਜ਼ ਦੀਵਾਨ ਲੱਗਦੇ ਅਤੇ ਸੰਗਤਾਂ ਦਰਸ਼ਨ ਕਰਕੇ ਆਪਣੇ ਨਾਮਦਾਨ ਦਾ ਉਪਦੇਸ਼ ਲੈ ਕੇ ਨਿਹਾਲ ਹੁੰਦੀਆਂ। ਇਸ ਤਰ੍ਹਾਂ ਲਾਹੌਰ ਮੁਜੰਗ ਵਿੱਚ ਗੁਰੂਦੁਆਰੇ ਨਿਤ ਨਵੀਆਂ ਸੰਗਤਾਂ ਭੇਟਾ ਲੈ ਕੇ ਆਉਂਦੀਆਂ ਅਤੇ ਮਨੋਕਾਮਨਾ ਪੂਰੀਆਂ ਕਰਕੇ ਜਨਮ ਸਫਲਾ ਕਰਦੀਆਂ। ਕੁਛ ਦਿਨ ਲਾਹੌਰ ਆਰਾਮ ਕਰਕੇ ਜਹਾਂਗੀਰ ਨੇ ਕਸ਼ਮੀਰ ਜਾਣ ਦੀ ਤਿਆਰੀ ਕਰਕੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮੈਂ ਕਸ਼ਮੀਰ ਨੂੰ ਜਾ ਰਿਹਾ ਹਾਂ। ਆਪ ਜੀ ਮੇਰੇ ਪਿੱਛੋਂ ਮੇਰੇ ਪੁੱਤਰ ਸ਼ਾਹਜਹਾਨ ਨੂੰ ਮੇਰੇ ਸਮਾਨ ਹੀ ਦਇਆ ਦੀ ਨਜ਼ਰ ਨਾਲ ਵੇਖਣਾ। ਉੱਧਰ ਸ਼ਾਹਜਹਾਨ ਨੂੰ ਜਹਾਂਗੀਰ ਨੇ ਕਿਹਾ, ਗੁਰੂ ਜੀ ਪੀਰਨ ਪੀਰ ਵੀ ਹਨ ਅਤੇ ਵੱਡੇ ਯੋਧੇ ਵੀ ਹਨ, ਤੂੰ ਇਹਨਾਂ ਨਾਲ ਸਦਾ ਨਿਮਰਤਾ ਅਤੇ ਸਤਿਕਾਰ ਨਾਲ ਪੇਸ਼ ਆਉਣਾ। ਜਹਾਂਗੀਰ ਇਸ ਤਰ੍ਹਾਂ ਦੋਹਾਂ ਪਾਸਿਆਂ ਨੂੰ ਮੇਲ ਮਿਲਾਪ ਨਾਲ ਰਹਿਣਾ ਆਖ ਕੇ ਆਪ ਆਪਣੇ ਲਾਮ ਲਸ਼ਕਰ ਨਾਲ ਕਸ਼ਮੀਰ ਨੂੰ ਤੁਰ ਪਿਆ। ਚੰਦੂ ਦੇ ਅਕਾਲ ਚਲਾਣਾ ਕਰਨ ਦੇ ਬਾਅਦ ਅਫਸੋਸ ਸੁਣ ਕੇ ਬਾਬਾ ਪਿਰਥੀ ਚੰਦ ਦਾ ਪੁੱਤਰ ਮਿਹਰਵਾਨ ਚੰਦੂ ਦੇ ਪੁੱਤਰ ਕਰਮਚੰਦ ਪਾਸ ਲਾਹੌਰ ਅਫਸੋਸ ਕਰਨ ਆਇਆ ਅਤੇ ਉਸ ਨੂੰ ਆਖਿਆ ਕਿ ਸ਼ਾਹਜਹਾਨ ਨੂੰ ਮਿਲ ਕੇ ਸਾਨੂੰ ਕੁਝ ਕਰਨਾ ਚਾਹੀਦਾ ਹੈ। ਗੁਰਗੱਦੀ ਦਾ ਮੇਰਾ ਹੱਕ ਹੈ। ਮੈਂ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਬਾਬਾ ਪਿਰਥੀ ਚੰਦ ਜੀ ਦਾ ਪੁੱਤਰ ਹਾਂ ਅਤੇ ਸ਼੍ਰੀ ਹਰਗੋਬਿੰਦ ਜੀ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਨ। ਇਹ ਸਲਾਹ ਕਰਕੇ ਜਦ ਇਹਨਾਂ ਦੋਹਾਂ ਨੇ ਸ਼ਹਿਜ਼ਾਦਾ ਸ਼ਾਹਜਹਾਨ ਨੂੰ ਮਿਲ ਕੇ ਆਪਣੀ ਗੱਲ ਦੱਸੀ ਤਾਂ ਉਸਨੇ ਕਿਹਾ ਕਿ ਜਦ ਪਿਤਾ ਜੀ ਜਹਾਂਗੀਰ ਵਾਪਿਸ ਕਸ਼ਮੀਰ ਤੋਂ ਆਉਣਗੇ ਤਾਂ ਤੁਹਾਡੀ ਗੱਲ ਉਹਨਾਂ ਨੂੰ ਦੱਸ ਕੇ ਸਿਫਾਰਿਸ਼ ਕਰਾਂਗਾ। ਜਦ ਇਸ ਗੱਲ ਦਾ ਪਤਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਲੱਗਾ ਕਿ ਮਿਹਰਵਾਨ ਜੀ ਚੰਦੂ ਦੇ ਪੁੱਤਰ ਨੂੰ ਨਾਲ ਲੈ ਕੇ ਸਾਡੇ ਬਰਖਲਾਫ ਸ਼ਾਹਜਹਾਨ ਨੂੰ ਮਿਲੇ ਹਨ, ਤਾਂ ਗੁਰੂ ਜੀ ਭਾਈ ਭੈੜਾ ਅਤੇ ਪਿਰਾਣਾ ਭਾਈ ਜੇਠਾ ਆਦਿ ਕੁਝ ਸਿਆਣੇ ਸਿੱਖਾਂ ਨੂੰ ਨਾਲ ਲੈ ਕੇ ਮਿਹਰਵਾਨ ਪਾਸ ਚਲੇ ਗਏ। ਵੱਡਾ ਭਾਈ ਸਮਝ ਕੇ ਨਮਸਕਾਰ ਕਰਕੇ ਪਾਸ ਬੈਠ ਕੇ ਕਿਹਾ, ਭਰਾ ਜੀ, ਸਾਡੀ ਆਪਸ ਵਿੱਚ ਕੋਈ ਨਾਰਾਜ਼ਗੀ ਕਰਕੇ ਜਗਤ ਵਿੱਚ ਨਿੰਦਿਆ ਹੁੰਦੀ ਹੈ। ਇਸ ਕਰਕੇ ਸਾਨੂੰ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ। ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਲੈ ਲਵੋ ਅਤੇ ਆਪਣਾ ਘਰ ਬਾਹਰ ਸੰਭਾਲੋ। ਮਿਹਰਵਾਨ ਨੇ ਕਿਹਾ, ਤੁਹਾਡਾ ਸਾਡਾ ਮੇਲ ਨਹੀਂ ਹੋ ਸਕਦਾ, ਤੁਸੀਂ ਸਾਨੂੰ ਗੱਲਾਂ ਬਾਤਾਂ ਵਿੱਚ ਹੀ ਰੱਖਣਾ ਚਾਹੁੰਦੇ ਹੋ। ਇਹ ਗੱਲਾਂ ਸੁਣ ਕੇ ਗੁਰੂ ਜੀ ਨਮਸਕਾਰ ਕਰਕੇ ਬੜੇ ਸ਼ਾਂਤ ਚਿੱਤ ਆਪਣੇ ਡੇਰੇ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।